बहुत ही प्यारे बच्चों, अज आप 10वीं जमात के टर्म 2 ਦੇ क्वेश्चन 2 या 3 अंकों वाले जो इंपॉर्टेंट क्वेश्चन आ वो आप डिस्कस करा जो पेपर पॉइंट ऑफ व्यू तो बहुत ज़्यादा इंपॉर्टेंट हैं। पहला क्वेश्चन डिस्कस करते हैं, चैप्टर नंबर 6 है। चैप्टर नंबर 6 मनुख ਜਿਹੇ बहुत सारे जीवां ਨੂੰ ਆਕਸੀਜਨ ਲੋੜ पूरी करने में पसरण क्यों काफ़ी नहीं होंगी। ਇਹਦਾ आंसर है मनुख ਜਿਹੇ बहुत सारे जीवां ਦੇ सारे सैल वातावरण के सिद्धे संपर्क ਵਿੱਚ नहीं होंगे। इसलिए की है मेन कारण की है डायरैक्ट कंटैक्ट ना होने करके जी की है पसरण विधि की है सारे सैलों तक ऑक्सीजन नहीं पहुँचा सकती, इसलिए पसरण विधि काफ़ी नहीं है। वाई डिफ्यूजन इज इनसफिशिएंट टू मीट ऑक्सीजन रिक्वायरमेंट ऑफ मल्टी सेलुलर ऑर्गेनिज्म बिकॉज all the body cells are not direct contact with the surrounding environment, therefore every cell of body will not get oxygen as per need। जिन्होंने नीड होंगी है रिक्वायरमेंट होंगी है डिफ्यूजन प्रोसैस नाल उन्नी वो एनवायरमेंट तो प्राप्त नहीं कर सकता, therefore diffusion is insufficient to meet oxygen requirement for the multicellular organism। नेक्स्ट क्वेश्चन लेने हम आप स्वैपोशी ते पारपोशी विच की अंतर है। स्वैपोशी ਜਿਹੜੇ ਉਹ ਜੀਵ ਜਿਹੜੇ ਹੁੰਦੇ ਆ ਜਿਹੜੇ ਕਿ ਆਪਣਾ ਭੋਜਨ ਆਪ ਤਿਆਰ ਕਰਦੇ ਆ, ਜਿਹੜੇ ਕਿ ਆਪਣਾ ਭੋਜਨ ਆਪ ਤਿਆਰ ਕਰਦੇ ਆ। ਰਿਕੁਆਇਰਮੈਂਟ ਕੀ ਹੁੰਦੀ ਹੈ? ਕਾਰਬਨ ਡਾਈਆਕਸਾਈਡ, ਵਾਟਰ, ਸਨਲਾਈਟ। ਤੇ ਹਰੇ ਜਿਹੜੇ ਪੌਦੇ ਹੈਗੇ ਆ ਉਹਨਾਂ 'ਚ ਕੀ ਆ ਕਲੋਰੋਫਿਲਾਂ ਦਾ ਵਰਣਕ ਵੀ ਹੁੰਦਾ ਜਿਹੜਾ ਕਿ ਸਵੈ ਪੋਸ਼ਣ ਵਿੱਚ ਕੀ ਆ ਬਹੁਤ ਹੈਲਪਫੁਲ ਹੁੰਦਾ ਹੈਗਾ। ਇਹ ਉਹ ਜੀਵ ਹੁੰਦੇ ਜੋ ਆਪਣਾ ਭੋਜਨ ਅਜੈਵਿਕ ਪਦਾਰਥ ਜਿਵੇਂ ਕਾਰਬਨ ਡਾਈਆਕਸਾਈਡ, ਪਾਣੀ, ਸੂਰਜ ਦੀ ਰੋਸ਼ਨੀ ਅਤੇ ਕਲੋਰੋਫਿਲ ਦੀ ਮੌਜੂਦਗੀ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਹਨਾਂ ਨੂੰ ਆਪਾਂ ਸਵੈ ਪੋਸ਼ਣ ਕਹਿੰਦੇ। ਜਿਵੇਂ ਹਰੇ ਪੌਦੇ ਆ ਜਾਂਦੇ, ਹਰੀ ਨੀਲੀ ਕਾਈ। ਪਰਪੋਸ਼ਣ ਜਿਹੜੇ ਜੀਵ ਪਰਪੋਸ਼ੀ ਜੀਵ ਜਿਹੜੇ ਕੀ ਹੋ ਗਏ ਜਿਹੜੇ ਜੀਵ ਆਪਣੇ ਭੋਜਨ ਲਈ ਸਵੈਪੋਸ਼ੀ 'ਤੇ ਨਿਰਭਰ ਕਰਦੇ, ਡਿਪੈਂਡਸ ਅਪੋਨ ਦਾ ਸਵੈਪੋਸ਼ੀ ਜਿਹੜੇ ਕਿ ਆਪਣੇ ਕੀ ਆ ਉਹਨਾਂ 'ਤੇ ਨਿਰਭਰ ਕਰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਹੈਗੇ ਪਰਪੋਸ਼ੀ। ਪਰਪੋਸ਼ਣ ਕੀ ਜਿਹੜੇ ਮਤਲਬ ਦੂਜੇ ਨਿਰਭਰ ਕਰਦੇ, ਉਦਾਹਰਨ ਜੇ ਆਪਣਾ ਮਨੁੱਖ ਹੋ ਗਿਆ ਜਾਂ ਜੀਵ ਜੰਤੂ ਹੋ ਗਏ ਸਾਰੇ ਕੀ ਹੈ ਇਹ ਪਰਪੋਸ਼ੀ ਵਿੱਚ ਹੀ ਆਉਂਦੇ ਆ। ਜੇ ਆਪਾਂ ਇੰਗਲਿਸ਼ ਵਰਜ਼ਨ ਲਈਏ, ਵਾਟ ਆਰ ਡਿਫਰੈਂਟ ਬਿਟਵੀਨ ਐਟੋਟ੍ਰੋਪਿਕ ਐਂਡ ਹੈਟਰੋਟ੍ਰੋਪਿਕ ਨਿਊਟ੍ਰੀਸ਼ਨ। ਪਹਿਲਾ ਕੀ ਆ ਐਟੋਟ੍ਰੋਪਿਕ, ਇਨ ਦਿਸ ਮੋਰ ਨਿਊਟ੍ਰੀਸ਼ਨ ਐਨ ਆਰਗੇਨਿਜ਼ਮ ਮੇਕ ਆ ਸਿੰਥਸਾਈਜ਼ देयर ओन फूड। ਜਿਹੜਾ ਕੀ ਆ ਆਰਗੇਨਿਜ਼ਮ ਹੈਗਾ ਉਹ ਕੀ ਆਪਣਾ ਭੋਜਨ ਆਪ ਤਿਆਰ ਕਰਦਾ ਹੈਗਾ। ਸੈਕੰਡਲੀ ਆਰਗੇਨਿਜ਼ਮ ਯੂਜ਼ ਸਿੰਪਲ ਇਨਆਰਗੈਨਿਕ ਮਟੀਰੀਅਲ, ਜਿਹੜੇ ਅਜੈਵਿਕ ਪਦਾਰਥ ਵਰਤੋਂ ਕਰਦਾ ਉਹ ਕੀ ਹੈ ਕਾਰਬਨ ਡਾਈਆਕਸਾਈਡ ਆ, ਵਾਟਰ ਆ, ਸਨਲਾਈਟ ਹੈਗੀ ਆ ਅਤੇ ਕਲੋਰੋਫਿਲ ਜਿਹੜਾ ਵਰਣਕ ਆਪਾਂ ਨੂੰ ਜ਼ਰੂਰੀ ਹੁੰਦਾ ਇਹਦੇ ਵਿੱਚ। ਆਲ ਗ੍ਰੀਨ ਪਲਾਂਟਸ ਐਗਜ਼ਾਮਪਲ ਕੀ ਆ ਸਾਰੇ ਹਰੇ ਪੌਦੇ ਐਂਡ ਸਮ ਐਲਗੀਜ਼। ਹੈਟਰੋਟ੍ਰੋਪਿਕ ਨਿਊਟ੍ਰੀਸ਼ਨ 'ਚ ਕੀ ਹੁੰਦਾ ਹੈਗਾ ਦ ਆਰਗੇਨਿਜ਼ਮ ਡਿਪੈਂਡਸ ਅਪੋਨ ਆਟੋਟ੍ਰੋਪਸ for their food, it means they cannot synthesize their food, अपना आप तैयार नहीं कर सकते। organism cannot make their food from the simple inorganic matter। all animals, bacteria ਜਿਹੜੇ ਹੁੰਦੇ ਆ ਸਾਰੇ ਚਾਹੇ human being also include in the heterotrophic nutrition। next question ਪੌਦਾ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਕੱਚਾ ਸਮੱਗਰੀ ਕਿੱਥੋਂ ਲੈਂਦਾ? ਜਿਹੜੇ ਪੌਦੇ ਆ ਉਹ ਕਿੱਥੋਂ ਲੈਂਦੇ ਆ? ਕਾਰਬਨ ਡਾਈਆਕਸਾਈਡ ਲੈਂਦੇ ਆ ਵਾਯੂਮੰਡਲ ਤੋਂ, ਜਿਹੜਾ ਪਾਣੀ ਆ ਉਹ ਜੜ੍ਹਾਂ ਰਾਹੀਂ ਮਿੱਟੀ ਧਰਤੀ ਚੂਸਦੇ ਆ, ਜਿਹੜੀ ਸੂਰਜ ਦੀ ਰੋਸ਼ਨੀ ਆ ਉਹ ਕਿੱਥੋਂ ਲੈਂਦੇ ਆ? ਸੂਰਜ ਤੋਂ ਲੈਂਦੇ ਆ ਪ੍ਰਕਾਸ਼। ਮੀਨਸ ਕੀ ਆ ਆਪਾਂ ਇੰਗਲਿਸ਼ ਵਰਜ਼ਨ ਕਰੀਏ ਵਟ ਵੇਅਰ ਡੂ ਪਲਾਂਟਸ ਗੈਟ देयर रॉ मटेरियल रिक्वायर्ड फॉर द फोटोसिंथेसिस? कार्बन डाइऑक्साइड फ्रॉम द एनवायरनमेंट, वाटर फ्रॉम द सॉइल एंड सनलाइट फ्रॉम द सन, क्लोरोफिल प्रेजेंट इन द क्लोरोप्लास्ट फ्रॉम द ग्रीन लीव्स। ਜਿਹੜੇ ਕੀ ਹੈ ਕਲੋਰੋਫਿਲ ਕੀ ਉਹਦੇ ਹਰੇ ਪੌਦੇ ਦੇ ਪੱਤਿਆਂ ਵਿੱਚ ਮੌਜੂਦ ਵਰਣਕ ਹੁੰਦਾ ਜੋ ਉਹਨੂੰ ਉੱਥੋਂ ਹੀ ਮਿਲ ਜਾਂਦਾ ਹੈ। ਸਾਡੇ ਮਿੱਧ ਦੇ ਅੰਦਰ ਤੇਜ਼ਾਬ ਦੀ ਕੀ ਮਹੱਤਤਾ ਹੈ? ਜਿਹੜਾ ਸਾਡਾ ਮਿੱਧ ਹੈਗਾ ਉਹਦੇ ਤੇਜ਼ਾਬ ਕੀ ਹੈ ਬੈਕਟੀਰੀਆ ਨੂੰ ਮਾਰਦਾ ਹੈਗਾ। ਪੈਪਸਿਨ ਐਂਜ਼ਾਈਮ ਦੀ ਕਿਰਿਆ ਲਈ ਕੀ ਹੈ ਤੇਜ਼ਾਬੀ ਮੀਡੀਅਮ ਤਿਆਰ ਕਰਦਾ ਹੈਗਾ। ਪੈਪਸਿਨ ਐਂਜ਼ਾਈਮ ਇਸ ਮੀਡੀਅਮ ਤੋਂ ਬਿਨਾਂ ਕੀ ਆ ਸਹੀ ਵਰਕ ਨਹੀਂ ਕਰ ਸਕਦਾ। ਵਾਟ ਆਰ ਰੋਲ ਆਫ ਐਸਿਡ ਇਨ ਆਵਰ ਸਟਮਕ? ਕੀ ਹੈ ਮੇਕ ਐਸਿਡਿਕ ਮੀਡੀਅਮ ਵਿਚ ਨੈਸੈਸਰੀ ਫਾਰ ਦ ਐਕਟੀਵੇਸ਼ਨ ਆਫ ਦ ਐਂਜ਼ਾਈਮ ਪੈਪਸਿਨ ਔਰ ਕਿਲ ਬੈਕਟੀਰੀਆ ਵਿੱਚ ਪ੍ਰੈਜੈਂਟ ਇਨ ਮੇਕ ਕੰਟੇਨ ਜਿਹੜਾ ਫੂਡ 'ਚ ਹੁੰਦਾ ਉਹਨੂੰ ਬੈਕਟੀਰੀਆ ਨੂੰ ਕੀ ਹੈ ਆਪਣੀ ਹਾਨੀਕਾਰਕ ਉਹਨਾਂ ਨੂੰ ਖਤਮ ਕਰ ਦਿੰਦਾ ਹੈ।
ਪਚੇ ਹੋਏ ਭੋਜਨ ਨੂੰ ਜਜ਼ਬ ਕਰਨ ਲਈ ਛੋਟੀ ਆਂਦਰ ਨੂੰ ਕਿਵੇਂ ਡਿਜ਼ਾਈਨ ਕੀਤਾ? ਜਿਹੜਾ ਪਚਾ ਹੋਇਆ ਭੋਜਨ ਨੂੰ ਛੋਟੀ ਅੰਦਰਲੀਆਂ ਕੰਧਾਂ ਜਜ਼ਬ ਕਰਦੀਆਂ। ਕੀ ਕਰਦੀਆਂ ਹੈਗੀਆਂ? ਅੰਦਰਲੀਆਂ ਕੰਧਾਂ ਜਜ਼ਬ ਕਰਦੀਆਂ। ਇਹ ਕੀ ਆ? ਛੋਟੀ ਆਂਦਰ ਦੀਆਂ ਅੰਦਰਲੀ ਸਤਹ ਉਂਗਲ ਵਰਗੀਆਂ ਰਚਨਾਵਾਂ ਹੁੰਦੀਆਂ, ਬਾਹਰ ਨੂੰ ਕੀ ਆ? ਉੱਭਰੀਆਂ ਹੋਈਆਂ ਰਚਨਾਵਾਂ ਹੁੰਦੀਆਂ ਹੈਗੀਆਂ, ਜਿਹੜੇ ਅਨੇਕਾਂ ਉਭਾਰ ਯਾਨੀ ਕਿ ਬਾਹਰੋਂ ਨਿਕਲੇ ਹੁੰਦੇ, ਜਿਹਨਾਂ ਨੂੰ ਆਪਾਂ ਵਿਲਾਈਜ਼ ਕਹਿੰਦੇ ਹੈਗੇ, ਵਿਲੀਜ਼। ਇਹ ਜਜ਼ਬ ਕਰਨ ਵਾਲੀ ਸਤ੍ਹਾ ਦਾ ਖੇਤਰਫਲ ਵਧਾ ਦਿੰਦੀ। ਇਹਦਾ ਮੇਨ ਕਾਰਨ ਕੀ ਹੈ? ਵਿਲਾਈ ਦਾ ਮੇਨ ਕਾਰਨ ਕੀ ਹੈ? ਜਿਹੜਾ ਕਿ ਇਹਨੇ ਫੂਡ ਨੂੰ ਅਬਜ਼ੋਰਵ ਕਰਨਾ ਗਾ, ਉਹਦਾ ਜਿਹੜਾ ਏਰੀਆ, ਸਰਫੇਸ ਏਰੀਆ, ਸਤ੍ਹਾ ਦਾ ਖੇਤਰਫਲ ਉਹਨੂੰ ਵਧਾ ਦਿੰਦੇ ਤਾਂ ਕਿ ਕੀ ਜਲਦੀ ਅਬਜ਼ੋਰਵ ਹੋ ਜਾਏ। ਵਿਲਾਈ ਬਹੁਤ ਸਾਰੀਆਂ ਖੂਨ ਦੀਆਂ ਵਹਿਣੀਆਂ ਵਿੱਚ ਹੁੰਦੀਆਂ ਹਨ ਜੋ ਪਚੇ ਭੋਜਨ ਨੂੰ ਜਜ਼ਬ ਕਰਕੇ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਣ ਦਾ ਕੰਮ ਕਰਦੀਆਂ ਹਨ। ਹਾਊ ਦਾ ਸਮਾਲ ਇੰਸਟਾਈਨ ਡਿਜ਼ਾਈਨ ਟੂ ਅਬਜ਼ੋਰਵ ਡਾਈਜੈਸਟਡ ਫੂਡ? The small intestine is designed to provide maximum area of absorption of digestion food. It transfers into blood and circulates into body. For the inner lining of small intestine, there are number of finger-like projection. इन्हों विलाइज कहने हैं कि विलीज कह देने हैं कि ਜਿਹੜੀਆਂ ਦਾ ਕੰਮ ਕੀ ਆ? ਟੂ ਅਬਜ਼ੋਰਵ ਸਰਫੇਸ ਏਰੀਆ ਵਧਾਉਣਾ ਗਾ, ਜਿਸ ਕਰਕੇ ਕੀ ਫੂਡ ਜਲਦੀ ਕੀ ਅਬਜ਼ੋਰਵ ਹੋ ਜਾਂਦਾ। ਨੈਕਸਟ ਕੁਐਸਚਨ ਲੈਂਦੇ ਹਾਂ ਆਪਾਂ। ਗੈਸਾਂ ਦੇ ਵਟਾਂਦਰੇ ਲਈ ਵਧੇਰੇ ਖੇਤਰਫਲ ਪ੍ਰਾਪਤ ਕਰਨ ਲਈ ਮਨੁੱਖੀ ਫੇਫੜਿਆਂ ਦੀ ਬਣਤਰ ਵਿੱਚ ਕੀ ਖਾਸ ਗੁਣ ਹੁੰਦਾ ਹੈ? ਫੇਫੜਿਆਂ ਵਿੱਚ ਗੁਬਾਰੇ ਵਰਗੀਆਂ ਰਚਨਾਵਾਂ ਹੁੰਦੀਆਂ ਨੇ, ਐਲਵੋਲਿਜ਼ ਜਾਂ ਹਵਾ ਥੈਲੀਆਂ ਕਹਿੰਦੇ ਆਪਾਂ। ਕੀ ਕਹਿੰਦੇ ਆਪਾਂ? ਐਲਵੋਲਿਜ਼ ਜਾਂ ਹਵਾ ਥੈਲੀਆਂ, ਜੋ ਗੈਸ ਨੂੰ ਅਦਲਾ ਬਦਲੀ ਲਈ ਖੇਤਰਫਲ ਵਧਾਉਂਦੀਆਂ ਨੇ, ਯਾਨੀ ਕਿ ਵੱਧ ਸਤਹ ਪ੍ਰੋਵਾਈਡ ਕਰਦੀਆਂ, ਯਾਨੀ ਕਿ ਉਹਦਾ ਅਦਲਾ ਬਦਲੀ ਕਰਨ ਲਈ। ਐਲਵੋਲਿਜ਼ ਦੀਆਂ ਕੰਧਾਂ ਖੂਨ ਵਹਿਣੀਆਂ ਨਾਲ ਵਿਸਤ੍ਰਿਤ ਜਾਲ ਹੁੰਦਾ ਹੈ, ਜਿਹੜਾ ਕਿ ਫੇਫੜਿਆਂ ਅਤੇ ਖੂਨ ਦਾ ਗੈਸ ਦਾ ਵਟਾਂਦਰਾ ਕਰਦਾ ਹੈ। ਹਾਊ ਆਰ ਲੰਗਸ ਡਿਜ਼ਾਈਨ ਇਨ ਹਿਊਮਨ ਬੀਇੰਗ ਟੂ ਮੈਕਸੀਮਾਈਜ਼ ਏਰੀਆ ਆਫ ਐਕਸਚੇਂਜ ਆਫ ਗੈਸਿਸ? Within the lungs, air passes divided into smaller and smaller tubes called bronchs, which turn into bronchioles. These bronchioles terminate into the balloon-like structure called alveoli. ये आगे जाके alveoli खुल जाती हैं। The alveoli are present in the lungs, provide maximum surface area of exchange of gases. गैसां ਦੀ exchange ਲਈ ਵੱਧ ਤੋਂ ਏਰੀਆ ਪ੍ਰੋਵਾਈਡ ਕੌਣ ਕਰਦਾ? alveoli ਕਰਦਾ, ਏਰੀਆ ਨੂੰ ਵਧਾ ਦਿੰਦਾ ਹੈਗਾ। The alveoli may very thin walls and contain an extensive network of blood vessel ਦਾ ਨੈਟਵਰਕ ਹੁੰਦਾ ਹੈਗਾ, ਵਿੱਚ facilitate exchange of gases, ਜਿਹੜਾ ਕਿ ਗੈਸਾਂ ਨੂੰ ਵਟਾਂਦਰੇ 'ਚ ਹੈਲਪਫੁਲ ਹੁੰਦਾ ਹੈਗਾ। ਉੱਚ ਸੰਗਠਿਤ ਪੌਦਿਆਂ ਵਿੱਚ ਪਰਿਵਹਨ ਪ੍ਰਣਾਲੀਆਂ ਦੇ ਕਿਹੜੇ ਘਟਕ ਹਨ? ਯਾਨੀ ਦੋ ਟਿਸ਼ੂ ਕੰਮ ਕਰਦੇ ਮੇਨ, ਜਾਈਲਮ ਤੇ ਫਲੋਇਮ। ਜੇ ਆਪਾਂ ਧਿਆਨ ਨਾਲ ਦੇਖੀਏ, ਜਾਈਲਮ ਮਤਲਬ ਜਲ ਤੇ ਫਲੋਇਮ ਮਤਲਬ ਫਲ ਜਾਂ ਫੂਡ ਕਹਿ ਲਓ। ਜਾਈਲਮ ਦਾ ਕੰਮ ਹੈ ਪਾਣੀ ਨੂੰ ਟਰਾਂਸਪੋਰਟ ਕਰਨਾ, ਇਹਦਾ ਕੰਮ ਆ ਫੂਡ ਨੂੰ ਟਰਾਂਸਪੋਰਟ ਕਰਨਾ। ਜੜ੍ਹਾਂ ਤੋਂ ਪਾਣੀ ਅਤੇ ਖਣਿਜ ਜਾਈਲਮ ਟਿਸ਼ੂ ਰਾਹੀਂ ਪੱਤਿਆਂ ਤੱਕ ਪਹੁੰਚਦਾ। ਠੀਕ ਹੈ, ਜਾਈਲਮ ਜਲ ਕੀ ਹੈ? ਪੱਤਿਆਂ ਪਹੁੰਚ ਗਿਆ, ਅਤੇ ਪੱਤਿਆਂ ਤਿਆਰ ਹੋਇਆ ਜਿਹੜਾ ਭੋਜਨ ਆ ਜਾਂ ਖੁਰਾਕ ਉਹ ਕੀ ਹੈ? ਫਲੋਇਮ ਟਿਸ਼ੂ ਰਾਹੀਂ ਵੱਖ-ਵੱਖ ਭਾਗਾਂ ਤੱਕ ਪਹੁੰਚਦੀ ਹੈ। ਇਨ ਹਾਈਲੀ ਆਰਗੇਨਾਈਜ਼ਡ ਪਲਾਂਟ ਦੇਰ ਇਜ਼ ਟੂ ਕੰਡਕਟਿੰਗ ਟਿਸ਼ੂ, ਜਾਈਲਮ ਐਂਡ ਫਲੋਇਮ। ਜਾਈਲਮ ਕੈਰੀਜ਼ ਵਾਟਰ ਐਂਡ ਮਿਨਰਲਸ, ਫਲੋਇਮ ਕੰਡਕਟ ਸੋਲੂਬਲ ਪ੍ਰੋਡਕਟਸ ਆਫ ਫੋਟੋਸਿੰਥੇਸਿਸ ਫਰੋਮ ਲੀਵ ਟੂ ਡਿਫਰੈਂਟ ਬੋਡੀ ਪਾਰਟਸ ਆਫ ਦਾ ਪਲਾਂਟ ਬੋਡੀ। ਪੌਦਿਆਂ 'ਚ ਪਾਣੀ ਅਤੇ ਖਣਿਜ ਲੂਣ ਦਾ ਵਹਿਣ ਕਿਵੇਂ ਹੁੰਦਾ ਹੈ? ਆਪਾਂ ਪਹਿਲਾਂ ਹੀ ਕਰ ਲਿਆ ਹੈਗਾ ਵੀ ਕੌਣ ਵਹਿਣ ਕਰਦਾ? ਜਾਈਲਮ ਟਿਸ਼ੂ ਰਾਹੀਂ ਹੁੰਦਾ ਹੈਗਾ, ਜਿਹੜਾ ਕਿ ਕੀ ਕਰਦਾ ਹੈਗਾ? ਜੜ੍ਹਾਂ ਤੋਂ ਪਾਣੀ ਸੁੱਕਦੇ ਅਤੇ ਕਿੱਥੇ? ਪੱਤਿਆਂ ਤੱਕ ਪਹੁੰਚਾਇਆ ਜਾਂਦਾ ਹੈਗਾ। ਇਹਨੂੰ ਆਪਾਂ ਵਾਸ਼ਪ ਉਤਸਰਜਨ ਦੀ ਕਿਰਿਆ 'ਚ ਮਹੱਤਵਪੂਰਨ ਅਦਾ ਕਰਦਾ, ਜਿਹੜਾ ਜਾਈਲਮ ਟਿਸ਼ੂ ਕਰਦਾ ਹੈਗਾ। ਦ ਰੂਟ ਹੇਅਰ, ਜਿਹੜੀਆਂ ਪਲਾਂਟ ਦੀਆਂ ਰੂਟ ਹੇਅਰ ਕੀ ਕਰਦੀਆਂ? ਵਾਟਰ ਨੂੰ ਅਬਜ਼ੋਰਵ ਕਰਦੀਆਂ ਫਰੋਮ ਸੋਇਲ। The root hairs are directly in contact with film of water between the soil particles. The water dissolve and minerals get into roots चला जाता है by the process of diffusion. The water and minerals absorbed by the root hair from the soil, from the cell to cell by the osmosis through the epidermis, root cortex, endodermis and reach the root xylem. The xylem vessel of root of plant are connected to xylem vessel of its stem. Therefore water contained dissolved mineral enter into root vessel into stem xylem vessel. The xylem vessel of stem branches into vessel of leaf plant, so water mineral carried by the xylem vessel in the stem to reach the leaves through the branches xylem vessel which enter to the petiole, there is stalk of leaf ਹੁੰਦੀ ਆ, into each and every part of leaf. Thus the water and the minerals from the soil reach through the root, ਯਾਨੀ ਕਿ root ਤੋਂ ਲੈ ਕੇ stem 'ਚ ਜਾਂਦਾ ਹੈ to the leaves ਤੱਕ ਪਹੁੰਚਦਾ, ਤਾਂ ਪੱਤਿਆਂ ਤੱਕ ਪਹੁੰਚ ਜਾਂਦਾ ਹੈਗਾ। evaporation of water molecules from the cell of leaf create a suction, ਉੱਥੇ ਦੀ evaporation ਥੱਲੇ suction ਖਿੱਚਦੀ ਹੈ, ਮਤਲਬ ਖਿੱਚ ਵੱਲ ਪੈਦਾ ਕਰਦੀ, ਜਿਸ ਕਰਕੇ ਪਾਣੀ ਕੀ ਥੱਲਿਓਂ ਉੱਪਰ ਨੂੰ ਚਲਾ ਜਾਂਦਾ ਹੈਗਾ। the loss of water in the formation of vapors from the aerial part, ਜਿਹੜਾ aerial part ਉੱਪਰਲਾ ਪਾਰਟ ਹੁੰਦਾ ਹੈਗਾ, ਉੱਥੋਂ ਦਾ loss ਹੁੰਦਾ ਵਾਟਰ ਨੂੰ ਆਪਾਂ ਕਹਿੰਦੇ ਹਾਂ ਟਰਾਂਸਪੀਰੇਸ਼ਨ।
ਹੁਣ ਆ ਗਿਆ ਪੌਦਿਆਂ ਵਿੱਚ ਖੁਰਾਕ ਦਾ ਸਥਾਨਾਂਤਰਨ ਕਿਵੇਂ ਹੁੰਦਾ ਹੈ। ਇਹ ਆਪਾਂ ਪਹਿਲਾਂ ਹੀ ਗੱਲ ਕੀਤਾ, ਖੁਰਾਕ ਮਤਲਬ ਫਲ, ਫਲ ਮਤਲਬ ਫੂਡ, ਜਿਹੜਾ ਫੂਡ ਦਾ ਟਰਾਂਸਪੋਰਟੇਸ਼ਨ ਕੌਣ ਕਰੂਗਾ, ਫਲੋਇਮ ਕਰੂਗਾ। ਪੱਤਿਆਂ ਵਿੱਚ ਭੋਜਨ ਤਿਆਰ ਹੁੰਦਾ ਹੈਗਾ ਤੇ ਬਾਕੀ ਸਾਰੇ ਕੌਣ ਪਹੁੰਚਾਉਂਦਾ ਹੈਗਾ, ਫਲੋਇਮ ਟਿਸ਼ੂ ਰਾਹੀਂ ਪਹੁੰਚਾਇਆ ਜਾਂਦਾ ਹੈ। ਸੁਕਰੂ ਜਿਹੇ ਪਦਾਰਥ ਫਲੋਇਮ ਟਿਸ਼ੂ ਵਿੱਚ ATP ਤੋਂ ਪ੍ਰਾਪਤ ਊਰਜਾ ਰਾਹੀਂ ਨਾਲ ਹੀ ਸਥਾਨਾਂਤਰਿਤ ਹੁੰਦੇ ਹਨ। ਇਹ ਟਿਸ਼ੂ ਦਾ ਪਸਰਣ ਦਬਾਅ ਵਧਾ ਦਿੰਦੇ ਹਨ, ਜਿਸ ਕਰਕੇ ਪਾਣੀ ਇਸ ਵਿੱਚ ਪ੍ਰਵੇਸ਼ ਕਰ ਲੈਂਦਾ ਹੈ ਅਤੇ ਦਬਾਅ ਪਦਾਰਥਾਂ ਨੂੰ ਫਲੋਇਮ ਤੋਂ ਟਿਸ਼ੂ ਤੱਕ ਲੈ ਜਾਂਦਾ ਹੈ ਜਿੱਥੇ ਦਬਾਅ ਘੱਟ ਹੁੰਦਾ ਹੈ। ਹਾਊ ਫੂਡ ਟਰਾਂਸਪੋਰਟਡ ਇਨ ਦਾ ਪਲਾਂਟਸ, ਦ ਮੂਵਮੈਂਟ ਆਫ ਫੂਡ from in the phloem takes place by the utilization of energy. The sugar made by the leaves and are created into sieve tubes of the phloem tissue by the using of energy, ATP, water. Now enter into sieve tubes contain sugar by the process of osmosis, due to which pressure in the phloem tissue pressure rise हो जाता है। The high pressure produce the phloem tissue to move, वो high pressure move करता है the food ਨੂੰ किथे all part of the plant having less pressure, जिथे pressure की घट होंदा है, इस तरह फूड की ट्रांसपोर्ट करता है। मूत्र वन की जिहड़ी मात्रा किवें नियमित की जाती है। देखो जी, मूत्र की मात्रा कौन नियमित करता, उन्होंने गुर्दियां राਹੀਂ नियमित की जाती है, निश्चित की जाती है। मूत्र की वाधू मात्रा पानी, मूत्रवर्धक, चाह, कॉफी आदि पानी च घुले पदार्थां की मात्रा पर निर्भर करती है। जिन्ना आपां लिक्विड वध तो वध पीने वो भी डिपेंड करती है। How amount of urine produced of regulates, the amount of urine is regulated by the kidney करती, depends on the quantity of excess water and wastage dissolved in water, quantity of water ते quantity of dissolved wastage ते हार्मोन ते डिपेंड ये करती है। भोजन विच पाचन लई लार की कीमत है। लार विच माइलेज एंजाइम हुंदा हैगा जो स्टार्च के ढिल्ले ਨੂੰ ਕੀ ਘਟਿਤ ਕਰਦਾ है, यानी कि उन्हें तोड़ दिंदा है। ਤਾਂ ਹੀ ਕਹਿੰਦੇ ਭੋਜਨ ਨੂੰ ਚਬਾ ਕੇ ਖਾਣਾ ਚਾਹੀਦਾ, ਕਿਉਂਕਿ ਜੋ ਆਪਾਂ ਚਬਾਉਣੇ ਆਪਣੇ ਮੂੰਹ 'ਚ ਲਾਰ ਮੌਜੂਦ ਆ ਉਹ ਕੀ ਉਹਦੇ ਵਿੱਚ ਮਿਕਸ ਹੋ ਜਾਂਦੀ ਹੈ, ਜਿਸ ਕਰਕੇ ਕੀ ਪਾਚਨ ਕਿਰਿਆ ਛੇਤੀ ਹੋ ਜਾਂਦੀ ਹੈ। ਸਲਾਈਵਾ ਕੰਟੇਨ ਸਲੇਵਰੀ ਐਨਾਲਾਈਜ਼ ਐਂਜ਼ਾਈਮ that break into the starch into sugar like maltose। ਸਵੈ ਪੋਸ਼ਣ ਲਈ ਜ਼ਰੂਰੀ ਪ੍ਰਸਥਿਤੀਆਂ ਕਿਹੜੀਆਂ ਹਨ, ਇਸ ਲਈ ਸਵੈ ਉਪਜ ਕੀ ਹਨ। ਦੇਖੋ ਪਹਿਲਾਂ ਪੜ੍ਹ ਲਿਆ ਆਪਾਂ, ਪੱਤਿਆਂ 'ਚ ਕਲੋਰੋਫਿਲ, ਪਾਣੀ, CO2 ਚਾਹੀਦਾ ਅਤੇ ਸੂਰਜ ਦੀ ਪ੍ਰਕਾਸ਼ ਚਾਹੀਦਾ, ਜਿਸ ਕਰਕੇ ਇਹ ਪ੍ਰਕਿਰਿਆ ਹੁੰਦੀ ਹੈ ਪ੍ਰਕਾਸ਼ ਸੰਸਲੇਸ਼ਨ। ਅਤੇ ਉਪਜ ਕਿਹੜੀ ਕਿਹੜੀ ਨਿਕਲਦੀ ਆਪਣੇ ਕੋਲੇ, ਗਲੂਕੋਜ਼ ਅਤੇ ਆਕਸੀਜਨ ਗੈਸ। ਨੈਸੈਸਰੀ ਕੰਡੀਸ਼ਨ ਦੱਸਤਾ ਵੀ ਕਲੋਰੋਫਿਲ ਚਾਹੀਦੀ ਹੈ, CO2 ਚਾਹੀਦੀ ਹੈ, ਸਨਲਾਈਟ ਚਾਹੀਦੀ ਹੈ, ਕਾਰਬਨ ਡਾਈਆਕਸਾਈਡ ਚਾਹੀਦੀ ਹੈ, ਅਤੇ ਜਿਹੜੇ ਪ੍ਰੋਡਕਟ ਨਿਕਲਦੇ ਉਹ ਕੀ ਨਿਕਲਦਾ, ਗਲੂਕੋਜ਼ ਐਂਡ ਆਕਸੀਜਨ। ਅੱਗੇ ਆਕਸੀ ਕਿਰਿਆ ਅਤੇ ਅਨਆਕਸੀ ਸਾਹ ਕਿਰਿਆ 'ਚ ਕੀ ਫਰਕ ਹੈ। ਹੁਣ ਆਪਾਂ ਕਰਦੇ ਹਾਂ ਆਕਸੀ ਸਾਹ ਕਿਰਿਆ। ਆਕਸੀ ਨਾ ਤੋਂ ਸਪਸ਼ਟ ਹੈ ਜਿਹ 'ਚ ਆਕਸੀਜਨ ਜਿਹੜੀ ਕਿਰਿਆ ਆਕਸੀਜਨ ਦੀ ਮੌਜੂਦਗੀ ਵਿੱਚ ਹੋਵੇ, ਅਤੇ ਅਨਆਕਸੀ 'ਚ ਆਕਸੀਜਨ ਲੋੜ ਨਹੀਂ ਹੁੰਦੀ, ਯਾਨੀ ਕਿ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਹੋਵੇ। ਜਿਹੜੀ ਆਕਸੀ ਸਾਹ ਕਿਰਿਆ 'ਚ ਪੂਰਾ ਅਪਘਟਨ ਹੁੰਦਾ, ਇਸ ਵਿੱਚ ਪੂਰਾ ਅਪਘਟਨ ਨਹੀਂ ਹੁੰਦਾ ਗਾ। ਜਦੋਂ ਆਕਸੀ ਸਾਹ ਕਿਰਿਆ ਹੁੰਦੀ ਹੈ, ਅਪਘਟਨ ਪੂਰਾ ਹੋ ਜਾਂਦਾ ਅਤੇ ਜਿਸ ਕਾਰਬਨ ਡਾਈਆਕਸਾਈਡ ਅਤੇ ਪਾਣੀ ਉਪਜਾਂ ਨਿਕਲਦੀਆਂ ਗਈਆਂ, ਅਤੇ ਇਹਦੇ ਵਿੱਚ ਕੀ ਨਿਕਲਦਾ ਹੈਗਾ ਅਨਆਕਸੀ 'ਚ, ਕਾਰਬਨ ਡਾਈਆਕਸਾਈਡ, ਈਥੇਨੋਲ ਅਤੇ ਜਾਂ ਲੈਕਟਿਕ ਐਸਿਡ ਨਿਕਲਦਾ, ਜਿਹੜੇ ਪੇਸ਼ੀ ਜਲ ਚਬਾਉਂਦੇ ਆ ਤਾਂ ਹੀ ਆਪਣੇ ਮਸਲ ਕ੍ਰੈਂਪਸ ਆ ਜਾਂਦੇ ਆ। ਜਦੋਂ ਆਪਣੀ ਮਤਲਬ ਕੀ ਆ ਆਕਸੀਜਨ ਘੱਟ ਮਿਲਦੀ ਹੈ ਤਦੋਂ ਮਸਲ ਕ੍ਰੈਂਪਸ ਆ ਜਾਂਦੇ ਆ। ਇਸ ਵਿੱਚ ਵੱਧ ਊਰਜਾ ਦੀ ਲੋੜ ਪੈਂਦੀ ਹੈ ਅਤੇ ਇਸ ਵਿੱਚ ਕੀ ਆ ਘੱਟ ਊਰਜਾ ਦੀ ਲੋੜ ਪੈਂਦੀ ਹੈ। ਇਹ ਕਿਰਿਆ ਸੈੱਲਾਂ ਦੇ ਮਾਈਟੋਕਾਂਡਰੀਆ ਵਿੱਚ ਹੁੰਦੀ ਹੈ। ਇਹ ਕਿੱਥੇ ਹੁੰਦੀ ਹੈ, ਪੇਸ਼ੀ ਸੈੱਲਾਂ ਵਿੱਚ ਹੁੰਦੀ ਹੈ। Aerobic and anaerobic respiration. Aerobic respiration, presence of oxygen, absence of oxygen, complete breakdown of food and incomplete breakdown of food, and partial ਕਹਿ ਸਕਦੇ ਹਾਂ ਆਪਾਂ। End products are carbon dioxide and water in the aerobic, ਤੇ anaerobic 'ਚ ਕੀ ਆ lactic acid and carbon dioxide। ਐਰੋਬਿਕ ਰੈਸਪੀਰੇਸ਼ਨ ਪ੍ਰੋਡਿਊਸ ਕੰਸੀਡਰੇਬਲ ਅਮਾਊਂਟ ਆਫ એનર્ਜੀ ਬਹੁਤ ਪ੍ਰੋਡਿਊਸ ਹੁੰਦੀ ਹੈ, એનર્ਜੀ ਕੀ ਹੈ ਘੱਟ ਪ੍ਰੋਡਿਊਸ ਹੁੰਦੀ ਹੈ। ਗੈਸਾਂ ਦੇ ਵਟਾਂਦਰੇ ਲਈ ਐਲਵੋਲਾਈਜ਼ ਦੀ ਬਣਤਰ ਕਿਵੇਂ ਹੁੰਦੀ ਹੈ। ਇਹ 'ਚ ਕੀ ਹੁੰਦਾ, ਪਹਿਲਾਂ ਵੀ ਆਪਾਂ ਇੱਕ ਕੁਐਸਚਨ ਪਿੱਛੇ ਇਸ ਵਿੱਚ ਡਿਸਕਸ ਕੀਤਾ ਸੀਗਾ, ਹਵਾ ਥੈਲੀਆਂ ਹੁੰਦੀਆਂ ਜਾਂ ਹਵਾ ਥੈਲੀਆਂ ਕਹਿ ਲਈ ਜਾਂ ਐਲਵੋਲਾਈਜ਼ ਕਹਿ ਦਈਏ, ਜੋ ਕਿ ਗੈਸਾਂ ਦੇ ਵਟਾਂਦਰੇ ਲਈ ਕੀ ਆ
ਖੇਤਰਫਲ ਦੀ ਸਤਹ ਵਧਾ ਦਿੰਦੀਆਂ, ਯਾਨੀ ਕਿ ਖੇਤਰਫਲ ਵਧਾਉਣੀ, ਸਤਹ ਦਾ ਖੇਤਰਫਲ ਵਧਾ ਦਿੰਦੀਆਂ, ਜਿਸ ਕਰਕੇ ਕੀ ਹੈ ਛੇਤੀ ਹੋ ਜਾਂਦਾ। ਮੀਨਸ ਕੀ ਹੈ, ਇਨਕਰੀਜ਼ ਦਾ ਕੀ ਕਰਦੀਆਂ, ਇਨਕਰੀਜ਼ ਦਾ ਸਰਫੇਸ ਏਰੀਆ ਫਾਰ ਐਕਸਚੇਂਜ ਆਫ ਗੈਸਿਸ, ਗੈਸਿਸ ਦੀ ਐਕਸਚੇਂਜ ਲਈ ਕੀ ਹੈ ਸਰਫੇਸ ਏਰੀਆ ਵਧਾ ਦਿੰਦੀਆਂ ਹੈਗੀਆਂ। ਮੈਕਸੀਮਾਈਜ਼ ਦਾ ਸਰਫੇਸ ਏਰੀਆ। ਐਲਵਲਾਈਜ਼ ਦੀਆਂ ਕੰਧਾਂ ਵਿੱਚ ਲਹੂ ਵਹਿਣੀ ਦਾ ਵਿਸਤ੍ਰਿਤ ਜਾਲ ਹੁੰਦਾ ਹੈਗਾ, ਯਾਨੀ ਕਿ ਕੀ ਹੈ ਨੈਟਵਰਕ ਆਫ ਬਲੱਡ ਵੈਸਲ ਟੂ ਸਿਲ ਐਕਸਚੇਂਜ ਆਫ ਗੈਸਿਸ। ਨੈਕਸਟ ਕੁਐਸਚਨ ਕੀ ਹੈ, ਸਾਡੇ ਸਰੀਰ 'ਚ ਹੀਮੋਗਲੋਬਿਨ ਦੀ ਘਾਟ ਦੇ ਕੀ ਸਿੱਟੇ ਹੋ ਸਕਦੇ ਹਨ। ਸਾਡੇ ਸਰੀਰ 'ਚ ਹੀਮੋਗਲੋਬਿਨ ਦੀ ਘਾਟ ਹੋ ਜੇ ਤਾਂ ਕੀ ਆ, ਸਰੀਰ ਦੇ ਸੈੱਲਾਂ ਸਹੀ ਮਾਤਰਾ ਆਕਸੀਜਨ ਨਹੀਂ ਪਹੁੰਚਦੀ, ਸਰੀਰ ਪੀਲਾ ਪੈਂਦਾ, ਕਮਜ਼ੋਰੀ ਹੋ ਜਾਂਦੀ, ਤੇ ਇਹਨੂੰ ਅਨੀਮੀਆ ਰੋਗ ਵੀ ਕਹਿ ਦਿੰਦੇ ਆ। ਡਿਊ ਟੂ ਡੈਫੀਸ਼ੈਂਸੀ ਆਫ ਹੀਮੋਗਲੋਬਿਨ ਇਨ ਬਲੱਡ ਆਕਸੀਜਨ ਕੈਰੀਜ਼ ਕੈਪੈਸਿਟੀ ਡਿਕਰੀਜ਼ ਹੋ ਜਾਂਦੀ, ਐਜ਼ ਦਾ ਰਿਜ਼ਲਟ ਪ੍ਰੋਡਕਸ਼ਨ ਆਫ ਐਨਰਜੀ ਬਾਈ ਆਕਸੀਜਨ ਵਿਲ ਬਿਕਮ ਸਲੋਅਰ। ਇਹਨੂੰ ਇਹਦੇ ਨਾਲ ਕੀ ਆਪਾਂ ਸਿੱਕ ਹੋ ਸਕਦੇ ਹਾਂ, ਅਤੇ ਫਟੀਗ ਰਹਿ ਸਕਦੀ ਹੈ, ਅਤੇ ਅਨੀਮੀਆ ਵੀ ਹੋ ਸਕਦਾ ਹੈਗਾ। ਅੱਗੇ ਕੀ ਜਾਇਲਮ ਅਤੇ ਫਲੋਇਮ ਵਿੱਚ ਅੰਤਰ ਆਪਾਂ ਪਹਿਲਾਂ ਕੀਤਾ। ਜਾਇਲਮ ਮਤਲਬ ਜਲ ਨੂੰ ਟਰਾਂਸਪੋਰਟ ਕਰਦਾ, ਫਲੋਇਮ ਮਤਲਬ ਫੂਡ ਨੂੰ ਟਰਾਂਸਪੋਰਟ ਕਰਦਾ ਹੈਗਾ। ਇਹ ਕੀ ਹੁੰਦਾ, ਜੜ੍ਹਾਂ ਤੋਂ ਪੱਤਿਆਂ ਤੱਕ ਲੈ ਕੇ ਆਉਂਦਾ ਹੈ, ਪੱਤਿਆਂ ਤੋਂ ਸਰੀਰ ਦੇ ਮਤਲਬ ਪੌਦੇ ਦੇ ਵੱਖ ਭਾਗਾਂ ਤੱਕ ਲੈ ਕੇ ਆਉਂਦਾ। ਇਸ ਵਿੱਚ ਮਰੇ ਹੋਏ ਸੈੱਲ ਹੁੰਦੇ, ਜੀਵਤ ਸੈੱਲ ਹੁੰਦੇ ਆ। ਇਸ ਵਿੱਚ ਗਤੀ ਉੱਪਰ ਵੱਲ ਹੁੰਦੀ, ਇਸ ਵਿੱਚ ਗਤੀ ਹੇਠਾਂ ਵੱਲ ਨੂੰ ਜਾਂ ਉੱਪਰ ਵੱਲ ਦੋਨੇ ਪਾਸੇ ਹੋ ਸਕਦੀ ਹੈ। ਇਹ ਭੌਤਿਕ ਬਲਾਂ ਰਾਹੀਂ ਹੁੰਦਾ ਹੈਗਾ। ਇਹ ਪ੍ਰਮਾਣ ਕੀ ਹੁੰਦਾ, ਇਹ ਊਰਜਾ ਤੋਂ ਪ੍ਰਾਪਤ ਹੁੰਦਾ ਹੈਗਾ। ਜਾਇਲਮ ਕੰਡਕਸ਼ਨ ਆਫ ਵਾਟਰ ਆ, ਇਹ 'ਚ ਕੀ ਆ ਕੰਡਕਸ਼ਨ ਆਫ ਫੂਡ ਮਟੀਰੀਅਲ ਫਰੋਮ ਲੀਵ ਟੂ ਡਿਫਰੈਂਟ ਪਾਰਟ। ਇਹਦਾ ਕੀ ਆ ਫਰੋਮ ਰੂਟ ਟੂ ਲੀਵਸ। ਇਹ ਕਿੱਥੋਂ ਜਾਂਦਾ, ਟਰਾਂਸਫਰ ਥਰੂ ਵੈਸਲਸ ਆਫ ਟ੍ਰੈਚੀਆ ਵਿੱਚ ਡੈਡ ਸੈੱਲ ਹੁੰਦੇ ਆ। ਇਹ 'ਚ ਕੀ ਹੁੰਦੇ ਆ ਕਿ ਮੇਕਸ ਪਲੇਸ ਟੂ ਡਿਸੀਵ ਟਿਊਬਸ ਵਿਚ ਹੈਲਪ ਆਫ ਕੰਪੈਨੀਅਨ ਸੈੱਲ ਵਿਚ ਆਰ ਲਿਵਿੰਗ ਸੈੱਲ ਹੁੰਦੇ ਆ। ਜਾਇਲਮ ਦੀ ਮੂਵਮੈਂਟ ਕੀ ਆ, ਜਿਹੜੀ ਹੁੰਦੀ ਆ ਉਹ ਅਪਵਰਡ ਮੂਵਮੈਂਟ ਕਰਦਾ ਵਾਟਰ ਦੀ। ਅਤੇ ਇਹਦਾ ਸੈਕਿੰਡ ਕੀ ਹੈਗਾ ਆਪਣਾ ਜਿਹੜਾ ਫਲੋਇਮ ਆ, ਉਹ 'ਚ ਕੀ ਕਰਦਾ ਮੂਵਮੈਂਟ ਅਪ ਐਂਡ ਡਾਊਨਵਰਡ ਦੋਨੇ ਪਾਸੇ ਹੁੰਦੀ ਹੈ। ਟਰਾਂਸਫਲੋਇੰਗ ਟਿਸ਼ੂ ਬਾਈ ATP, ਦਿਸ ਇਨਕਰੀਜ਼ ਆਸਮੋਸਿਸ ਪ੍ਰੈਸ਼ਰ ਮੂਵ ਦ ਮਟੀਰੀਅਲ ਇਨ ਦ ਫਲੋਇੰਗ ਟਿਸ਼ੂ ਟੂ ਹੈਵਿੰਗ ਲੈਸ ਪ੍ਰੈਸ਼ਰ ਵਾਲਾ ਮੂਵਮੈਂਟ ਹੁੰਦੀ ਆ। ਹੁਣ ਅੱਗੇ ਕੀ ਆਪਣੇ ਕੋਲ ਲੇਬਲ ਕੀਤੇ ਚਿੱਤਰ ਆ ਸਕਦੇ ਆ, ਧਿਆਨ ਨਾਲ ਦੇਖੋ। ਇਹ ਪੰਜਾਬੀ 'ਚ ਆ, ਮਨੁੱਖੀ ਜਿਹੜਾ ਦਿਲ ਆ ਉਹਦਾ ਲੇਬਲ ਕੀਤਾ ਚਿੱਤਰ ਆ ਸਕਦਾ। ਤੁਹਾਨੂੰ ਚਿੱਤਰ ਦੇ ਸਕਦੇ ਆ, ਉਹਨੂੰ ਲੇਬਲ ਕਰਨਾ ਕਿਵੇਂ ਆ, ਵੀ ਕਿੱਥੇ ਮਹਾਧਮਨੀ ਆ, ਕਿੱਥੇ ਫੇਫੜੇ ਆ, ਇਹ ਤੁਸੀਂ ਬਹੁਤ ਧਿਆਨ ਨਾਲ ਕਰਨਾ ਗਾ। ਇਸੇ ਤਰ੍ਹਾਂ ਇੰਗਲਿਸ਼ ਮਤਲਬ ਕੀ ਹੈਗਾ ਆਪਣੇ ਕੋਲ ਜਿਹੜਾ ਅਗਲਾ ਹੈਗਾ ਉਹ ਕੀ ਆਪਣੇ ਕੋਲ ਮਲ ਤਿਆਗ ਸਿਸਟਮ ਆ। ਇਹ ਵੀ ਆਪਾਂ ਨੂੰ ਲੇਬਲ ਕਰਨਾ ਆ ਸਕਦਾ ਹੈਗਾ। ਖੱਬਾ ਗੁਰਦਾ ਧਮਨੀ, ਸੱਜਾ ਗੁਰਦਾ ਮਹਾਧਮਨੀ, ਖੱਬੀ ਮੂਤਰਵੈਣੀ ਮਹਾਸਿਰਾ। ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈਗਾ ਪਾਚਨ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ। ਇਹ ਧਿਆਨ ਨਾਲ ਦੇਖ ਲਓ ਕਿਹੜਾ ਪਾਰਟ ਕਿੱਥੇ ਹੈ। ਇੱਥੋਂ ਆਪਣੇ ਟੰਗ ਹੈਗੀ ਹੈ, ਜਿਹੜੀ ਆਹ ਵਾਲੀ ਆਪਣੀ ਮਾਊਥ ਕੈਵਿਟੀ ਦਾ ਮੂੰਹ ਹੈਗਾ, ਜਿਹੜੇ ਇੱਥੋਂ ਪੈਪ ਜਾਂਦੇ ਨੇ ਆਪਾਂ ਓਸੋਫੋਗਸ ਕਹਿੰਦੇ ਹਾਂ। ਫਿਰ ਆਪਣੇ ਕੋਲ ਕੀ ਹੈ, ਇਹਨੂੰ ਆਪਾਂ ਡਾਇਆਫ੍ਰਾਮ ਕਹਿ ਦਿੰਦੇ ਹਾਂ। ਅੱਗੇ ਡਾਇਆਫ੍ਰਾਮ ਆ ਜਾਂਦਾ ਹੈਗਾ। ਡਾਇਆਫ੍ਰਾਮ ਤੋਂ ਬਾਅਦ ਆਹ ਵਾਲਾ ਪਾਰਟ ਕੀ ਹੈ, ਠੀਕ ਹੈ, ਸਟਮਕ ਆ। ਆਹ ਵਾਲਾ ਕੀ ਹੈ, ਗੋਲ ਬਲੈਡਰ ਆ, ਬਾਈਲ ਡਕਟ ਆ ਗਿਆ, ਲੀਵਰ ਆ ਗਿਆ। ਠੀਕ ਹੈ। ਤਾਂ ਇਹ ਸਮਾਲ ਇੰਸਟੀਨ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਕਿੱਥੇ ਕਿੱਥੇ ਹੁੰਦੇ ਆ ਇਹ। ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਨੈਕਸਟ ਚੈਪਟਰ ਲੈ ਕੇ ਆਪਾਂ ਫਿਰ ਮਿਲਾਂਗੇ। ਧੰਨਵਾਦ।